ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਹਾਂਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਮੂਲਾ ਸੂਜਾ ਧਾਵਣੇ ਚੰਦੂ ਝੌੜ ਆਸ। ਰਾਮਦਾਸ ਭੰਡਾਰੀਆ ਬਾਲਾ ਸਾਈਂ ਦਾਸ। ਮੂਲਾ ਸੂਜਾ ਧਾਵਣੇ ਚੰਦੂ ਚੌ ਝੜ ਆਸ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ, ਅੰਤਰਜਾਮੀ ਸੁਖ ਨਿਧਾਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਅੱਜ ਬਹੁਤ ਭਾਗਾਂ ਵਾਲਾ ਦਿਨ ਹੈ। ਅੱਜ ਦੇ ਦਿਨ ਸਾਡੇ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਗ੍ਰਹਿ ਵਿਖੇ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਮਹਾਰਾਜ ਜੀ ਨੇ ਮਾਤਾ ਭਾਨੀ ਜੀ ਦੇ ਉਦਰ ਤੋਂ ਆਗਮਨ ਧਾਰਨ ਕੀਤਾ ਜੀ। ਆਪ ਸਾਰਿਆਂ ਨੂੰ ਗੁਰੂ ਜੀ ਦੇ ਆਗਮਨ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ, ਬਹੁਤ ਬਹੁਤ ਵਧਾਈ ਹੋਵੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੂਰੇ ਸਤਿਗੁਰੂ ਹਨ। ਸੰਤੋਖ ਸਰ ਸਾਹਿਬ ਦੀ ਸਾਖੀ ਆਪ ਜੀ ਨੇ ਸੁਣੀ ਹੈ। ਕਿਸ ਤਰੀਕੇ ਨਾਲ ਜੋਗੀ ਮੱਠ ਵਿੱਚੋਂ ਨਿਕਲਿਆ, ਕਹਿੰਦਾ ਸੀ ਮੇਰੇ ਉਸਤਾਦ ਨੇ ਕਿਹਾ ਸੀਗਾ ਕਲਯੁਗ ਦੇ ਵਿੱਚ ਪੂਰੇ ਗੁਰੂ ਅਰਜਨ ਸਾਹਿਬ ਹੋਣਗੇ, ਉਹ ਤੇਰਾ ਉਧਾਰ ਕਰਨਗੇ। ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਪੂਰੇ ਹਨ। ਅੱਜ ਗੁਰਪੁਰਬ ਵਾਲਾ ਦਿਨ ਹੈ। ਲੜੀਵਾਰ ਕਥਾ ਵੈਸੇ ਹੀ ਗੁਰੂ ਅਰਜਨ ਦੇਵ ਜੀ ਦੀ ਚੱਲ ਰਹੀ ਹੈ, ਪਰ ਆਓ ਇੱਕ ਵਾਰੀ ਆਪਣੇ ਮਨ ਨੂੰ ਪਿਆਰ ਵਿੱਚ ਰੰਗੋ, ਮਹਾਰਾਜ ਜੀ ਦੀ ਸਿਫਤ ਕਰੀਏ, ਵਡਿਆਈ ਕਰੀਏ। ਪਿਆਰ ਦੇ ਨਾਲ ਪੰਕਤੀ ਪੜੋ ਸਾਰੇ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਜਿੰਨੇ ਬੈਠੇ ਨਾ, ਜਿੰਨੇ ਬੈਠੇ ਹੋ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਗੁਰਪੂਰਾ ਮੇਰਾ ਗੁਰਪੂਰਾ, ਹੁਣੇ ਤੁਸੀਂ ਮੁੱਖ ਵਾਕ ਸੁਣਿਆ ਨਾ, ਮੇਰਾ ਗੁਰਪੂਰਾ ਸੁਖ ਦਾਤਾ। ਮਹਾਰਾਜ ਜੀ ਦਾ ਹੁਕਮਨਾਮਾ ਆ ਰਿਹਾ ਸੀਗਾ, ਤੁਸਾਂ ਨੇ ਸੁਣਿਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੂਰੇ ਹਨ। ਗੁਰੂ ਅਰਜਨ ਦੇਵ ਮਹਾਰਾਜ ਸੁੱਖਾਂ ਦੇ ਦਾਤੇ ਹਨ। ਪਿਆਰ ਨਾਲ ਗੱਜ ਕੇ ਕਹੋ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਇਸ ਗੱਲ ਨੂੰ ਕਹਿਣ ਵਿੱਚ ਵੀ ਬੜੇ ਪੁੰਨ ਵੱਧਦੇ ਹੈ। ਆਪਣੇ ਗੁਰੂ ਦੀ ਸਿਫਤ ਕੀਤਿਆਂ, ਵਡਿਆਈ ਕੀਤਿਆਂ। ਸਾਰ ਕਿਤਾਬ ਲਈ ਗ੍ਰੰਥ ਵਿੱਚ ਲਿਖਿਆ, ਗੁਰ ਕੀਰਤ ਕੋ ਅਪਰੋਖ ਕਰੇ
ਕਹਿੰਦੇ ਗੁਰੂ ਸਾਹਿਬ ਦੀ ਜਿਹੜੀ ਕੀਰਤੀ ਹੈ ਨਾ, ਗੁਰੂ ਜੀ ਦੀ ਵਡਿਆਈ, ਉਹ ਗੁਰੂ ਜੀ ਦੇ ਸਾਹਮਣੇ ਕਰਨੀ ਚਾਹੀਦੀ ਹੈ। ਬਾਰ-ਬਾਰ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ। ਰੱਜ ਰੱਜ ਕੇ ਗੁਰੂ ਦੀ ਵਡਿਆਈ ਕਰਨੀ ਚਾਹੀਦੀ ਹੈ। ਜਿੰਨੀ ਗੁਰੂ ਦੀ ਵਡਿਆਈ ਕਰਾਂਗੇ ਉਹਨਾਂ ਸਾਡਾ ਭਲਾ ਹੋਏਗਾ ਸਾਰਿਆਂ ਦਾ। ਪਿਆਰ ਨਾਲ ਗੱਜ ਕੇ ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਮਹਾਰਾਜ ਜੀ ਦੀ ਕਥਾ ਸੁਣਨੀ ਹੈ। ਪਿਆਰ ਨਾਲ ਗੱਜ ਕੇ ਕਹੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੰਗਤ ਜੀ, ਤੁਸੀਂ ਕਥਾ ਹਰ ਰੋਜ਼ ਗੁਰੂ ਅਰਜਨ ਸਾਹਿਬ ਜੀ ਦੀ ਸੁਣ ਰਹੇ ਹੋ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੂਰੇ ਸਤਿਗੁਰੂ ਹਨ। ਜਿਹੜੀਆਂ ਗੁਰਤਾ ਗੱਦੀ ਦੀਆਂ ਵਡਿਆਈਆਂ ਨਾ, ਇਹ ਬੰਦਾ ਖੋ ਨਹੀਂ ਸਕਦਾ ਜੀ। ਤੁਸੀਂ ਕਹੋ ਵੀ ਕੋਈ ਖੋ ਕੇ ਚਲਾਕੀ ਦੇ ਨਾਲ ਮਹਾਨ ਪਦਵੀ ਪ੍ਰਾਪਤ ਕਰੇ, ਨਹੀਂ। ਇੱਥੇ ਤੇ ਗੁਰੂ ਤਰੁੱਠੇ ਫਿਰ ਜਾ ਕੇ ਬਖਸ਼ਿਸ਼ਾਂ ਹੁੰਦੀਆਂ। ਗੁਰੂ ਦੀ ਮਿਹਰ ਦਾ ਸੌਦਾ ਹੈ ਸਾਰਾ। ਸਾਧ ਸੰਗਤ ਜੀ, ਮਹਾਰਾਜ ਗੁਰਤਾ ਗੱਦੀ ਤੇ ਸੱਜੇ ਆ। ਬੜੇ ਕਾਰਜ ਸੱਚੇ ਪਾਤਸ਼ਾਹ ਜੀ ਨੇ ਕੀਤੇ, ਬਹੁਤ ਕਾਰਜ ਕੀਤੇ। ਤੁਸੀਂ ਲੜੀਵਾਰ ਕਥਾ ਵਿੱਚ ਸਾਰੀ ਗੱਲ ਸੁਣ ਰਹੇ ਹੋ। ਕਿਵੇਂ ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਨੂੰ ਭੇਜਿਆ। ਮੰਡੀ ਦਾ ਰਾਜਾ ਭਾਈ ਕਲਿਆਣਾ ਜੀ ਤੋਂ ਪ੍ਰਭਾਵਿਤ ਹੋ ਕੇ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਇਆ ਜੀ। ਜਦੋਂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ, ਉਹਨੇ ਇੱਕ ਪੰਕਤੀ ਸੁਣ ਲਈ ਜੀ। ਹਾਂਜੀ, ਪੰਕਤੀ ਕੀ ਸੀਗੀ? ਵੀ ਕਰਮਾਂ ਦਾ ਨਾਸ਼ ਨਹੀਂ ਹੁੰਦਾ ਜੀ, ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਬੰਦੇ ਦਾ ਮਨ ਸ਼ੰਕਿਆਂ ਦਾ ਘਰ ਹੈਗਾ ਜੀ। ਕੋਈ ਨਾ ਕੋਈ ਗੱਲ ਜਿਹੜੀ ਉਹ ਮਨ ਵਿੱਚ ਪੈਦਾ ਹੋ ਹੀ ਜਾਂਦੀ ਹੈ ਜੀ। ਕਈਆਂ ਦੇ ਮਨ 'ਚ ਚੰਗੀਆਂ ਗੱਲਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ, ਕਈਆਂ ਦੇ ਮਨ 'ਚ ਢਿੱਲੀਆਂ ਗੱਲਾਂ ਪੈਦਾ ਹੁੰਦੀਆਂ ਰਹਿੰਦੀਆਂ ਨੇ। ਰਾਜੇ ਦੇ ਮਨ ਵਿੱਚ ਆਇਆ ਵੀ ਜੇ ਕਰਮਾਂ ਦਾ ਫਲ ਭੋਗਣਾ ਪੈਂਦਾ ਤੇ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਣ ਦਾ ਕੀ ਫਾਇਦਾ ਹੈਗਾ ਜੀ। ਗੁਰੂ ਕੋਲ ਆ ਕੇ ਵੀ ਕਰਮਾਂ ਦਾ ਫਲ ਭੋਗਣਾ ਪੈਣਾ। ਗੁਰੂ ਸਾਹਿਬ ਨੇ ਉਹਦੇ ਮਨ ਦਾ ਸ਼ੰਕਾ ਜਾਣ ਲਿਆ। ਕਿਵੇਂ ਤੁਸੀਂ ਸਾਰੀ ਕਥਾ ਸੁਣ ਚੁੱਕੇ ਹੋ, ਜੇ ਮੈਂ ਸਾਰੀ ਸੁਣਾਵਾਂ ਬੜਾ ਸਮਾਂ ਲੱਗ ਜਾਣਾ। ਮਹਾਰਾਜ ਨੇ ਕਿਵੇਂ ਸੁਪਨੇ ਦੇ ਵਿੱਚ ਉਹਦੇ ਜਨਮ ਕੱਟੇ ਜੀ। ਫਿਰ ਜੀ ਸੁਪਨੇ ਦੇ ਵਿੱਚ ਹੀ ਮੰਡੀ ਦੇ ਰਾਜੇ ਦੇ ਕਰਮ ਕੱਟ ਦਿੱਤੇ। ਉਸ ਰਾਜੇ ਨੂੰ ਨਿਹਾਲ ਕਰਤਾ। ਰਾਜਾ ਬਹੁਤ ਖੁਸ਼ ਹੋਇਆ ਜੀ। ਫਿਰ ਜੀ ਹਰਿਮੰਦਰ ਸਾਹਿਬ ਦਾ ਸਰੋਵਰ ਬਣਿਆ। ਸਭ ਤੋਂ ਪਹਿਲਾਂ ਜਿਹੜੀ ਮਾਇਆ ਸੀ ਉਹ ਮੰਡੀ ਦੇ ਰਾਜੇ ਨੇ ਭੇਜੀ ਜੀ ਗਰਾਈ ਵਾਸਤੇ। ਸਭ ਤੋਂ ਪਹਿਲਾਂ ਮਾਇਆ ਮੰਡੀ ਦੇ ਰਾਜੇ ਨੇ ਭੇਜੀ ਜੀ। ਮਹਾਰਾਜ ਜੀ ਸਿੱਖਾਂ ਨੂੰ ਥਾਪੜਾ ਦੇ ਕੇ ਤੋਰਦੇ। ਜਿਹਨੂੰ ਥਾਪੜਾ ਦੇ ਕੇ ਮਹਾਰਾਜ ਨੇ ਤੋਰਿਆ, ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨੂੰ ਆਪਣਾ ਰੂਪ ਬਣਾ ਕੇ ਤੋਰਿਆ ਜੀ। ਬਸ ਫਿਰ ਕੀ ਸੀਗਾ? ਗੁਰੂ ਅਰਜਨ ਸਾਹਿਬ ਤੇ ਬੜੇ ਵੱਡੇ ਸੰਗਤ ਜੀ, ਗੁਰੂ ਅਰਜਨ ਸਾਹਿਬ ਦੇ ਸਿੱਖਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ, ਉਹਨਾਂ ਦੇ ਜਨਮ ਮਰਨ ਕੱਟੇ ਗਏ ਜੀ। ਬਾਬਾ ਬਿਧੀ ਚੰਦ ਜੀ ਦਾ ਕਿੰਨਾ ਵੱਡਾ ਜਸ ਹੈ ਪੰਥ ਵਿੱਚ। ਬਾਬਾ ਬਿਧੀ ਚੰਦ ਜੀ ਗੁਰੂ ਅਰਜਨ ਦੇਵ ਜੀ ਦੇ ਸਿੱਖ ਸਨ ਜੀ। ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ ਬਾਬਾ ਬਿਧੀ ਚੰਦ ਸਾਹਿਬ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਰੰਗ ਲੱਗਿਆ ਜੀ ਉਹਨਾਂ ਨੂੰ। ਗੁਰੂ ਅਰਜਨ ਦੇਵ ਮਹਾਰਾਜ ਨੇ ਹਰਿਮੰਦਰ ਸਾਹਿਬ ਦਾ ਸਰੋਵਰ ਬਣਾਇਆ। ਬੜੀਆਂ ਸੰਗਤਾਂ ਨੂੰ ਨਿਹਾਲ ਕੀਤਾ ਸੱਚੇ ਪਾਤਸ਼ਾਹ ਜੀ ਨੇ। ਸਾਰੀ ਕਥਾ ਤੁਸੀਂ ਸਰਵਣ ਕੀਤੀ ਹੈ ਜੀ। ਕਿਵੇਂ ਇੱਕ ਬ੍ਰਾਹਮਣ ਗੰਗਾ ਰਾਮ ਆਇਆ, ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਨੂੰ ਬ੍ਰਹਮ ਗਿਆਨੀ ਬਣਾਇਆ ਜੀ। ਬਹੁਤ ਬਖਸ਼ਿਸ਼ਾਂ ਗੁਰੂ ਅਰਜਨ ਸਾਹਿਬ ਜੀ ਨੇ ਕੀਤੀਆਂ। ਬੜੀਆਂ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਵਿਚਰੇ। ਆਪਣੇ ਪ੍ਰੇਮੀਆਂ ਦਾ ਪ੍ਰੇਮ ਮਹਾਰਾਜ ਪੂਰਾ ਕਰਦੇ ਜੀ। ਅੱਗੇ ਜਾ ਕੇ ਕਥਾ ਆਏਗੀ। ਇੱਧਰ ਚੋਲਾ ਸਾਹਿਬ ਦੇ ਲਾਗੇ ਛਾਪੜੀ ਸਾਹਿਬ ਹੈਗਾ ਜੀ ਅਸਥਾਨ। ਉੱਥੇ ਭਾਈ ਹੇਮਾ ਜੀ ਰਹਿੰਦੇ ਆ ਜੀ। ਭਾਈ ਹੇਮਾ ਜੀ, ਭਾਈ ਹੇਮਾ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਬੜਾ ਪਿਆਰ ਕਰਦੇ ਆ ਜੀ।
ਭਾਈ ਹੇਮਾ ਜੀ ਨੂੰ ਪਤਾ ਹੈ ਇਸ ਸਮੇਂ ਜੇ ਕੋਈ ਧਰਤੀ ਤੇ ਰੱਬ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਹਨ ਜੀ। ਭਾਈ ਹੇਮਾ ਜੀ ਪੂਰੇ ਮਨੋ ਤਨੋ ਵਾਹਿਗੁਰੂ ਦਾ ਨਾਮ ਜਪਦੇ, ਗੁਰੂ ਅਰਜਨ ਸਾਹਿਬ ਨੂੰ ਪਿਆਰ ਕਰਦੇ, ਪਰ ਰਹਿੰਦੇ ਟੁੱਟੀ ਜੀ ਝੌਂਪੜੀ ਵਿੱਚ ਹੈਗੇ ਜੀ। ਗੁਰੂ ਅਰਜਨ ਦੇਵ ਮਹਾਰਾਜ ਉਸ ਇਲਾਕੇ ਵਿੱਚ ਵਿਚਰ ਰਹੇ। ਇੱਕ ਪਿੰਡ ਐਸਾ ਆਇਆ ਜਿਸ ਪਿੰਡ ਵਾਲਿਆਂ ਨੇ ਕੋਈ ਸਤਿਕਾਰ ਨਹੀਂ ਕੀਤਾ ਜੀ। ਆਪੋ ਆਪਣੇ ਭਾਗਾਂ ਦੀ ਖੇਡ ਹੁੰਦੀ ਹੈ ਜੀ, ਭਾਗਾਂ ਦੀ ਖੇਡ ਹੁੰਦੀ ਹੈ, ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਮੈਂ ਵੇਖਿਆ ਜੀ ਬੜੇ ਬੜੇ ਚੰਗੇ ਬੰਦੇ, ਭਾਗ ਨਹੀਂ ਸਾਥ ਦਿੱਤੇ, ਖਾਲੀ ਰਹਿ ਗਏ ਜੀ। ਉਹ ਜੀ ਗੁਰੂ ਸਾਹਿਬ ਦੀ ਹਾਜ਼ਰੀ 'ਚ ਰਹਿ ਕੇ ਖਾਲੀ ਰਹਿ ਜਾਂਦੇ ਜੀ। ਉਹਨਾਂ ਪਿੰਡ ਵਾਲਿਆਂ ਨੇ ਬਹੁਤਾ ਸਤਿਕਾਰ ਨਹੀਂ ਕੀਤਾ। ਬਾਬਾ ਬਿਧੀ ਚੰਦ ਕਹਿੰਦੇ ਮਹਾਰਾਜ ਇੱਕ ਵਾਰੀ ਮੈਨੂੰ ਜਾ ਲੈਣ ਦਿਓ ਪਿੰਡ ਵਿੱਚ, ਮੈਂ ਉਸ ਪਿੰਡ ਵਿੱਚ ਵੇਖ ਕੇ ਆਉਣਾ ਚਾਹੁੰਦਾ। ਬਾਬਾ ਬਿਧੀ ਚੰਦ ਜੀ ਦਾ ਵੀ ਕਿਸੇ ਸਤਿਕਾਰ ਨਹੀਂ ਕੀਤਾ ਜੀ। ਬਾਬਾ ਬਿਧੀ ਚੰਦ ਕਹਿੰਦੇ ਮਹਾਰਾਜ ਇਸ ਪਿੰਡ ਵਿੱਚ ਬੜੇ ਮਨਮੁਖ ਲੋਕ ਰਹਿੰਦੇ ਆ, ਕਿਸੇ ਨੇ ਸਤਿਕਾਰ ਭਾਵ ਹੀ ਨਹੀਂ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬਿਧੀ ਚੰਦ ਜੀ ਇਹ ਇਹੋ ਜਿਹਾ ਹੀ ਹੈ। ਸ਼ਾਮਾਂ ਦਾ ਸਮਾਂ ਸੀ ਤੇ ਮੀਂਹ ਪੈਣ ਲੱਗ ਪਿਆ ਜੀ। ਮੀਂਹ ਪੈਣ ਵਾਲਾ ਸੀਗਾ, ਮਹਾਰਾਜ ਨੂੰ ਪਤਾ ਸੀਗਾ ਜੀ। ਮਹਾਰਾਜ ਕਹਿੰਦੇ ਹੁਣ ਬਾਹਰ ਕਿੰਨਾ ਕੁ ਸਮਾਂ ਰਵਾਂਗੇ, ਆਓ ਤੁਹਾਨੂੰ ਇੱਕ ਪਿਆਰੇ ਦੇ ਘਰ ਲੈ ਕੇ ਚੱਲੀਏ। ਮਹਾਰਾਜ ਕਹਿਣ ਲੱਗੇ ਹਾਂਜੀ। ਤੇ ਉਹ ਪਿਆਰਾ ਕੌਣ ਸੀਗਾ? ਨਾਲ ਹੀ ਅਗਲੇ ਪਿੰਡ ਮਹਾਰਾਜ ਗਏ। ਟੁੱਟੀ ਝੌਂਪੜੀ ਦੇ ਵਿੱਚ ਬੈਠਾ ਭਾਈ ਹੇਮਾ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰ ਰਿਹਾ ਜੀ। ਹਾਂਜੀ, ਭਾਈ ਹੇਮਾ ਜੀ ਨੇ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਆਏ ਹੈ। ਭਾਈ ਹੇਮੇ ਦੀ ਖੁਸ਼ੀ ਦਾ ਅੰਤ ਨਹੀਂ ਰਿਹਾ ਜੀ, ਅੰਤ ਨਹੀਂ ਰਿਹਾ। ਜਿਹੜਾ ਕੰਬਲ ਭਾਈ ਹੇਮਾ ਜੀ ਉੱਤੇ ਲੈ ਕੇ ਪੈਂਦੇ ਸੀ ਨਾ ਜੀ, ਉਹ ਕੰਬਲ ਹੇਠਾਂ ਧਰਤੀ ਤੇ ਵਿਛਾਇਆ, ਆਪਣੇ ਸਤਿਗੁਰੂ ਆਪਣੇ ਮਾਲਕ ਨੂੰ ਬਿਠਾਇਆ ਜੀ। ਥੋੜਾ ਅੰਨ ਪਿਆ ਸੀਗਾ, ਉਹਦੇ ਪ੍ਰਸ਼ਾਦੇ ਤਿਆਰ ਕਰਕੇ ਮਹਾਰਾਜ ਨੂੰ ਛਕਾਏ। ਗੁਰੂ ਅਰਜਨ ਸਾਹਿਬ ਇੰਨੇ ਖੁਸ਼ ਹੋਏ, ਇੰਨੇ ਖੁਸ਼ ਹੋਏ, ਮਹਾਰਾਜ ਨੇ ਉੱਥੇ ਸ਼ਬਦ ਉਚਾਰਿਆ। ਮਹਾਰਾਜ ਕਹਿੰਦੇ ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਗੁਰੂ ਅਰਜਨ ਸਾਹਿਬ ਕਹਿੰਦੇ ਟੁੱਟੀ ਝੌਂਪੜੀ ਹੈ, ਹੇਮੇ ਦੇ ਕੱਪੜੇ ਫਾਟੇ ਹੋਏ ਨੇ, ਬਸਤਾ ਟੁੱਟੀ ਝੌਂਪੜੀ ਚੀਰ ਸਭ ਛਿੰਨਾ। ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮੀਨਾ। ਕੱਲਾ ਉਜਾੜ 'ਚ ਬੈਠਾ ਮਹਾਰਾਜ ਕਹਿੰਦੇ, ਕੋਈ ਇਹਦਾ ਮਿੱਤਰ ਨਹੀਂ, ਕੋਈ ਰੂਪ ਰੰਗ ਨਹੀਂ ਸੋਹਣਾ ਜੀ। ਮਿੱਤਰ ਨਾ ਇਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਪਰ ਮਹਾਰਾਜ ਕਹਿੰਦੇ ਭਾਵੇਂ ਕੱਲਾ ਬੈਠਾ ਟੁੱਟੀ ਝੌਂਪੜੀ, ਕੋਈ ਰੂਪ ਨਹੀਂ ਕੋਈ ਰੰਗ ਨਹੀਂ, ਇਹਦੇ ਮਨ ਵਿੱਚ ਰੱਬ ਦੇ ਪ੍ਰਥਾਏ ਪ੍ਰੇਮ ਹੈਗਾ, ਸਾਰੀ ਧਰਤੀ ਦਾ ਹੀ ਰਾਜਾ ਹੈਗਾ। ਮਹਾਰਾਜ ਕਹਿਣ ਲੱਗੇ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਪਿੰਨਾ। ਉਹਦੀ ਝੌਂਪੜੀ 'ਚ ਬੈਠ ਕੇ ਇੱਕ ਸ਼ਬਦ ਮਹਾਰਾਜ ਨੇ ਹੋਰ ਉਚਾਰਿਆ ਜੀ। ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤਈ ਕੰਮ ਨਾ ਧੌਲ ਹਰ ਜਿਤ ਹਰ ਬਿਸਰਾਏ। ਮਹਾਰਾਜ ਕਹਿੰਦੇ ਇਹਦੀ ਟੁੱਟੀ ਝੌਂਪੜੀ ਚੰਗੀ ਹੈਗੀ ਹੈ, ਜਿਹਦੇ ਵਿੱਚ ਬਹਿ ਕੇ ਵਾਹਿਗੁਰੂ ਦੇ ਗੁਣ ਤੇ ਗਾਏ ਜਾ ਰਹੇ ਨੇ ਜੀ। ਭਾਈ ਹੇਮੇ ਦਾ ਪਿਆਰ। ਮਹਾਰਾਜ ਆਪਣੇ ਸਿੱਖਾਂ ਨੂੰ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ ਹੋਣੀ ਸਾਰੇ ਬੈਠੇ ਸੀਗੇ। ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਸਿੱਖੋ, ਭਾਈ ਹੇਮਾ ਸੰਤ ਹੈਗਾ। ਕਹਿਣ ਲੱਗੇ ਭਾਈ ਹੇਮਾ ਸੰਤ ਹੈ। ਕਹਿਣ ਲੱਗੇ ਭਾਈ ਹੇਮੇ ਨੇ ਸਾਡੇ ਨਾਲ ਪਿਆਰ ਕੀਤਾ, ਸਾਨੂੰ ਸਾਰੇ ਸੰਸਾਰ ਤੋਂ ਵੱਧ ਭਾਈ ਹੇਮਾ ਪਿਆਰਾ ਹੈਗਾ ਜੀ। ਗੁਰਮੁਖੋ, ਜਿਹੜਾ ਗੁਰੂ ਨਾਲ ਪਿਆਰ ਕਰੇਗਾ, ਸਭ ਸੰਸਾਰ ਤੋਂ ਵੱਧ ਮੇਰੇ ਸਤਿਗੁਰੂ ਉਹਦੇ ਨਾਲ ਪਿਆਰ ਕਰਦੇ ਆ, ਉਹਦੇ ਤੇ ਬਖਸ਼ਿਸ਼ਾਂ ਕਰਦੇ ਆ। ਚੋਲਾ ਸਾਹਿਬ ਦੀ ਵੀ ਆਪਣੀ ਸਾਖੀ ਹੈ ਜੀ। ਹਾਂਜੀ, ਜਦੋਂ ਮਹਾਰਾਜ ਚੋਲਾ ਸਾਹਿਬ ਗਏ ਆ, ਉੱਥੇ ਕੀ ਬਣਿਆ ਜੀ? ਉੱਥੋਂ ਦੇ ਪੰਚਾਂ ਸਤਿਕਾਰ ਬਹੁਤਾ ਇੱਜ਼ਤ ਮਾਣ ਨਹੀਂ ਕੀਤਾ। ਇੱਕ ਪੰਚ ਮਹਾਰਾਜ ਨੂੰ ਆਪਣੇ ਘਰ ਲੈ ਆਇਆ ਜੀ। ਗੁਰੂ ਸਾਹਿਬ ਨਾਲ ਪਰਿਵਾਰ ਵੀ ਸੀ, ਸਿੱਖ ਵੀ ਸੀਗੇ। ਉਹ ਲੰਗਰ ਦਾ ਟਾਈਮ ਸੀਗਾ ਜੀ, ਹੁਣ ਪ੍ਰਸ਼ਾਦਾ ਪਾਣੀ ਤਿਆਰ ਕਰਦਾ ਬੜਾ ਸਮਾਂ ਲੱਗਣਾ ਸੀਗਾ। ਉਹਦੀ ਘਰ ਵਾਲੀ ਨੇ ਚੂਰੀ ਕੁੱਟ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਛਕਾਈ ਜੀ। ਪਿਆਰ ਦੀ ਗੱਲ ਹੈਗੀ ਨਾ ਜੀ। ਜਿੱਥੇ ਪਿਆਰ ਹੈਗਾ ਉੱਥੇ ਤੇ ਸੁੱਕੀ ਰੋਟੀ ਵੀ ਚੰਗੀ ਲੱਗਦੀ ਹੈ, ਜਿੱਥੇ ਪਿਆਰ ਨਹੀਂ ਹੈਗਾ ਉੱਥੇ ਕਈ ਤਰ੍ਹਾਂ ਦੇ ਪਦਾਰਥ ਵੀ ਬੰਦੇ ਨੂੰ ਚੰਗੇ ਨਹੀਂ ਲੱਗਦੇ ਜੀ। ਖੇਡ ਤੇ ਅੰਦਰ ਦੀ ਹੈਗੀ, ਆਖੋ ਵਾਹਿਗੁਰੂ
ਹਾਂਜੀ, ਤੇ ਚੂਰੀ ਸਧਾਰਨ ਹੁੰਦੀ ਹੈ, ਚੋਲਾ ਖਾਸ ਹੁੰਦਾ ਹੈ ਜੀ। ਚੋਲਾ ਘਿਓ ਪਾਉਣਾ, ਵਿੱਚ ਪ੍ਰਸ਼ਾਦਾ ਤਿਆਰ ਕਰਕੇ ਗੁੜ ਪਾਉਣਾ, ਐ ਵਧੀਆ ਤਿਆਰ ਕਰਨਾ। ਜਦੋਂ ਚੂਰੀ ਕੁੱਟ ਕੇ ਲੈ ਕੇ ਆਈ ਨਾ ਮਹਾਰਾਜ ਵਾਸਤੇ, ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਬੀਬਾ, ਮਹਾਰਾਜ ਕਹਿਣ ਲੱਗੇ ਤੇ ਚੋਲਾ ਤਿਆਰ ਕਰਕੇ ਲੈ ਕੇ ਆਈ, ਸਾਡੇ ਲਈ ਤੇਰੀ ਚੂਰੀ ਵੀ ਚੋਲਾ ਹੈਗਾ। ਬਾਣੀ ਵਿੱਚ ਮਹਾਰਾਜ ਨੇ ਉੱਥੇ ਸ਼ਬਦ ਵੀ ਉਚਾਰਿਆ ਜੀ, ਹਰ ਧਨ ਸੰਚਨ, ਹਰ ਨਾਮ ਭੋਜਨ, ਸੰਤ ਸੰਗ ਰਹਿਓ ਓਲਾ। ਅਖੀਰ ਤੇ ਮਹਾਰਾਜ ਗਰੀਬ ਨਵਾਜ ਕਹਿੰਦੇ ਇਹੋ ਨਾਨਕ ਕੀਨੋ ਚੋਲਾ। ਮਹਾਰਾਜ ਕਹਿੰਦੇ ਇਹ ਚੋਲਾ ਬਣਾਤਾ ਗੁਰੂ ਨਾਨਕ ਸਾਹਿਬ ਨੇ। ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ ਉੱਥੇ ਘਰ ਬੈਠੇ ਗੁਰੂ ਅਰਜਨ ਦੇਵ, ਮਹਾਰਾਜ ਕਹਿੰਦੇ ਪਿੰਡ ਦਾ ਕੀ ਨਾਮ ਹੈਗਾ? ਕਹਿੰਦੇ ਜੀ ਪਿੰਡ ਦਾ ਨਾਮ ਭੈਣੀ ਹੈ। ਆਖੋ ਵਾਹਿਗੁਰੂ। ਪਿੰਡ ਦਾ ਨਾਮ ਭੈਣੀ ਹੈ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਭੈਣੀ ਨਹੀਂ, ਇਸ ਪਿੰਡ ਦਾ ਨਾਮ ਚੋਲਾ ਹੋ ਗਿਆ। ਕਹਿਣ ਲੱਗੇ ਅੱਜ ਤੋਂ ਇਸ ਪਿੰਡ ਦਾ ਨਾਮ ਹੀ ਚੋਲਾ। ਉਹ ਲਾਗੇ ਇੱਕ ਸਿਰ ਫਿਰਾ ਬੈਠਾ ਸੀਗਾ ਜੀ, ਕਹਿੰਦਾ ਨਹੀਂ ਮਹਾਰਾਜ ਪਿੰਡ ਦਾ ਨਾਮ ਭੈਣੀ ਹੈ। ਮਹਾਰਾਜ ਕਹਿੰਦੇ ਇਹੋ ਨਾਨਕ ਕੀਨੋ ਚੋਲਾ, ਪਿੰਡ ਦਾ ਨਾਮ ਚੋਲਾ ਹੈ। ਕਹਿੰਦਾ ਨਹੀਂ ਮਹਾਰਾਜ ਭੈਣੀ। ਮਹਾਰਾਜ ਕਹਿੰਦੇ ਕਮਲਿਆ ਪਿੰਡ ਦਾ ਨਾਮ ਚੋਲਾ ਹੈ। ਹੁਣ ਗੁਰੂ ਸਾਹਿਬ ਸਨ, ਮੁੱਖੋਂ ਕਮਲਾ ਨਿਕਲਿਆ, ਉਸੇ ਵੇਲੇ ਹੀ ਉਹ ਕਮਲਾ ਹੋ ਗਿਆ ਜੀ। ਉਸੇ ਵੇਲੇ ਹੀ ਆਪਣੇ ਕੱਪੜੇ ਪਾੜਨ ਲੱਗ ਪਿਆ, ਬਾਹਰ ਭੱਜ ਗਿਆ। ਪਿੰਡ ਵਾਲੇ ਕਹਿੰਦੇ ਮਹਾਰਾਜ ਇਹਨੂੰ ਬਖਸ਼ੋ। ਮਹਾਰਾਜ ਕਹਿੰਦੇ ਇਹਨੇ ਬਾਣੀ ਦੇ ਉੱਤੇ ਕਿੰਤੂ ਕੀਤਾ। ਹੁਣ ਕਹਿਣ ਲੱਗੇ ਕਦੀ ਸਹੀ ਹੋ ਜਾਇਆ ਕਰੇਗਾ, ਕਦੀ ਪਾਗਲ ਹੋ ਜਾਇਆ ਕਰੇਗਾ। ਅੱਜ ਵੀ ਸੰਗਤ ਜੀ ਉਹਦੇ ਪਰਿਵਾਰ ਚੋਂ ਇੱਕ ਬੰਦਾ ਕਮਲਾ ਹੁੰਦਾ ਜੀ। ਅੱਜ ਵੀ ਉਹਦੇ ਪਰਿਵਾਰ ਚੋਂ ਇੱਕ ਬੰਦਾ ਕਮਲਾ ਹੁੰਦਾ ਜੀ। ਹਾਂਜੀ, ਪਿੰਡ ਵਾਲਿਆਂ ਨੂੰ ਭਰੋਸਾ ਹੋ ਗਿਆ ਜੀ, ਕੇਵਲ ਮੁੱਖੋਂ ਜ਼ਬਾਨੀ ਕਲਾਮੀ ਨਹੀਂ ਚੋਲਾ ਨਾਮ ਰੱਖਿਆ ਗਿਆ। ਮੈਨੂੰ ਦੱਸ ਰਹੇ ਸਨ ਗੁਰੂ ਵਾਲੀ ਪਿੰਡ, ਇਹਦਾ ਨਾਮ ਪਹਿਲਾਂ ਗਿੱਲ ਵਾਲੀ ਸੀਗਾ ਜੀ। ਹਾਂਜੀ, ਸਰਕਾਰੀ ਕਾਗਜ਼ਾਂ 'ਚ ਗੁਰੂ ਵਾਲੀ ਕਰਾਉਣਾ ਸੀਗਾ, ਬੜਾ ਟਾਈਮ ਲੱਗਾ ਜੀ। ਹਾਂਜੀ, ਸਰਕਾਰਾਂ ਤਾਂ ਤੁਹਾਨੂੰ ਪਤਾ ਸਾਡੇ ਦੇਸ਼ ਦੀਆਂ ਜੀ ਕਿੱਥੋਂ ਸੁਣਦੀਆਂ ਜੀ। ਹੁਣ ਉਹ ਪਿੰਡ ਦਾ ਨਾਮ ਸਾਰੇ ਚੋਲਾ ਕਹਿੰਦੇ ਆ। ਸਰਕਾਰੀ ਦਫ਼ਤਰਾਂ ਦੇ ਵਿੱਚ ਭੈਣੀ ਨਾਮ ਚੱਲਦਾ ਸੀਗਾ ਜੀ। ਹਾਂਜੀ, ਪਰ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਸਰਕਾਰੀ ਦਫ਼ਤਰਾਂ ਦੇ ਕਾਗਜ਼ਾਂ ਵਿੱਚ ਜਿੱਥੇ ਜਿੱਥੇ ਭੈਣੀ ਲਿਖਿਆ ਸੀ ਨਾ, ਗੁਰੂ ਅਰਜਨ ਸਾਹਿਬ ਦੇ ਮੁੱਖੋਂ ਕਹਿਣ ਦੀ ਦੇਰ ਸੀਗੀ, ਸਭ ਕਾਗਜ਼ਾਂ ਦੇ ਵਿੱਚ ਪਿੰਡ ਦਾ ਨਾਮ ਚੋਲਾ ਹੋ ਗਿਆ ਜੀ। ਉਸੇ ਵੇਲੇ ਹੀ ਜੀ ਪਿੰਡ ਦੇ ਬੰਦੇ ਮਾਮਲਾ ਤਾਰਨ ਗਏ, ਟੈਕਸ ਤਾਰਨ ਗਏ ਜੀ। ਜਹਾਂਗੀਰ ਦਾ ਰਾਜ ਸੀਗਾ ਜੀ। ਜਦੋਂ ਟੈਕਸ ਤਾਰਨ ਗਏ ਤੇ ਉਹ ਕਹਿਣ ਵੀ ਅਸੀਂ ਚੋਲੇ ਪਿੰਡ ਤੋਂ ਆਏ ਹਾਂ। ਹੁਣ ਉਹ ਜਿਹੜਾ ਹਰ ਵਾਰ ਟੈਕਸ ਲੈਂਦਾ ਸੀ, ਉਹ ਕਹਿੰਦਾ ਹਰ ਵਾਰ ਤੇ ਤੁਸੀਂ ਕਹਿੰਦੇ ਅਸੀਂ ਭੈਣੀ ਪਿੰਡ ਤੋਂ ਆਏ ਹਾਂ, ਤੁਹਾਡਾ ਪਿੰਡ ਤੇ ਭੈਣੀ ਹੈ? ਕਹਿੰਦੇ ਨਹੀਂ, ਸਾਡਾ ਪਿੰਡ ਚੋਲਾ ਹੈਗਾ। ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਹੁਣੇ ਤੁਹਾਨੂੰ ਵਿਖਾ ਦੇਣਾ ਰਜਿਸਟਰ ਕੱਢ ਕੇ। ਕਹਿਣ ਲੱਗਾ ਵਹੀ ਖਾਤਾ ਖੋਲ ਕੇ, ਮੈਂ ਹੁਣੇ ਵਿਖਾਉਣਾ ਤੁਹਾਡਾ ਪਿੰਡ ਭੈਣੀ। ਭੈਣੀ ਪਿੰਡ ਦੇ ਨਾਂ ਦੇ ਉੱਤੇ ਤੁਸੀਂ ਰਕਮ ਤਾਰ ਕੇ ਜਾਂਦੇ ਹੋ। ਜਦੋਂ ਉਹਨੇ ਵਹੀ ਖਾਤਾ ਖੋਲਿਆ, ਭੈਣੀ ਨਾਂ ਦਾ ਪਿੰਡ ਹੀ ਨਹੀਂ ਸੀ ਹੈਗਾ ਉੱਥੇ ਜੀ, ਉੱਥੇ ਚੋਲਾ ਲਿਖਿਆ ਹੋਇਆ ਸੀ। ਉਹ ਬੰਦਾ ਬੜਾ ਹੈਰਾਨ ਹੋਇਆ, ਕਹਿਣ ਲੱਗਾ ਮੇਰੇ ਸਾਹਮਣੇ ਦੀ ਗੱਲ ਹੈ, ਮੈਂਓ ਹਰ ਵਾਰ ਤੁਹਾਡੀ ਰਕਮ ਜਮ੍ਹਾਂ ਕਰਦਾ, ਤੁਹਾਡੇ ਪਿੰਡ ਦਾ ਨਾਮ ਭੈਣੀ ਸੀਗਾ, ਸਾਡੇ ਰਜਿਸਟਰਾਂ 'ਚ ਆ ਕੇ ਕਿੰਨੇ ਬਦਲ ਦਿੱਤਾ, ਵਹੀ ਖਾਤੇ 'ਚ ਆ ਕੇ ਕਿੰਨੇ ਬਦਲ ਦਿੱਤਾ? ਸਿੱਖਾਂ ਦੱਸਿਆ ਇਹ ਸਾਰੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਹੈਗੀ। ਕਹਿਣ ਲੱਗੇ ਬੀਬੀ ਨੇ ਚੂਰੀ ਕੁੱਟ ਕੇ ਛਕਾਈ, ਮਹਾਰਾਜ ਨੇ ਕਿਹਾ ਚੋਲਾ, ਉਰੋਂ ਦਾ ਹੀ ਨਾਮ ਚੋਲਾ ਪੈ ਗਿਆ। ਕਹਿਣ ਲੱਗੇ ਉਰੋਂ ਦਾ ਨਾਮ ਚੋਲਾ ਹੈ, ਇਹ ਗੁਰੂ ਅਰਜਨ ਦੇਵ ਜੀ ਦੀ ਵਡਿਆਈ। ਕਹਿਣ ਲੱਗੇ ਇਹ ਮਹਾਰਾਜ ਨੇ ਕੀਤਾ ਚੋਲਾ ਨਾਮ। ਗੱਲ ਜਹਾਂਗੀਰ ਤੱਕ ਪਹੁੰਚੀ, ਜਹਾਂਗੀਰ ਨੇ ਉੱਥੇ ਬੈਠਿਆਂ ਹੀ ਮਹਾਰਾਜ ਨੂੰ ਮੱਥਾ ਟੇਕਿਆ ਜੀ। ਉਸ ਪਿੰਡ ਦਾ ਟੈਕਸ ਮਾਫ ਕਰ ਦਿੱਤਾ ਪੱਕਾ। ਕਹਿੰਦਾ ਇੰਨੀ ਵੱਡੀ ਗੱਲ, ਮੁੱਖੋਂ ਬਚਨ ਕਰਨ ਤੇ ਕੁਛ ਦਾ ਕੁਛ ਹੋ ਜੇ ਜੀ। ਤੇ ਸੰਗਤ ਜੀ ਗੁਰੂ ਸਾਹਿਬ ਹੈ ਹੀ ਇੰਨੀ ਵੱਡੀ ਹਸਤੀ ਜੀ, ਜੋ ਮਹਾਰਾਜ ਬਚਨ ਕਰ ਦਿੰਦੇ ਆ ਉਂਝ ਹੀ ਵਰਤਾਰਾ ਵਰਤਦਾ ਫਿਰ ਜੀ, ਉਂਝ ਹੀ ਵਰਤਾਰਾ ਵਰਤਦਾ। ਬੜੇ ਇਤਿਹਾਸ ਦੇ ਪ੍ਰਮਾਣ ਨੇ, ਬੜੀਆਂ ਸਾਖੀਆਂ ਨੇ ਜੀ। ਲੜੀਵਾਰ ਕਥਾ ਤੁਸੀਂ ਸੁਣ ਰਹੇ ਹੋ।
ਲੜੀਵਾਰ ਕਥਾ ਦੇ ਵਿੱਚ ਬੜੇ ਬਚਨ ਆਉਂਦੇ ਆ, ਬੜੀਆਂ ਇਤਿਹਾਸ ਦੀਆਂ ਸਾਖੀਆਂ ਆਈਆਂ ਹੁਣ ਤੱਕ ਜੀ। ਜਿਵੇਂ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਦੀ ਰਾਖੀ ਕੀਤੀ, ਉਹ ਵੀ ਸਾਰੀਆਂ ਸਾਖੀਆਂ ਤੁਸੀਂ ਸੁਣੀਆਂ ਜੀ। ਹਾਂਜੀ, ਗੁਰੂ ਕਾ ਸਿੱਖ ਬਾਣੀ ਪੜ੍ਹਦਾ ਮਨ ਕੋਮਲ ਹੋ ਗਿਆ ਜੀ। ਉਹਦੇ ਹੱਥੋਂ ਹਿਰਣੀ ਮਰ ਗਈ ਜੀ, ਨਜਾਇਜ਼ ਜੀ। ਉਹਦੇ 2 ਬੱਚੇ ਉਹਦੇ ਸਾਹਮਣੇ ਵਿਲਕਦੇ ਮਰ ਗਏ। ਹੁਣ ਉਹ ਯੋਧਾ ਸੀਗਾ ਜੀ, ਮਨ ਕੋਮਲ ਹੋ ਗਿਆ, ਉਹਨੇ ਤਲਵਾਰ ਲੱਕੜ ਦੀ ਪਾ ਲਈ ਜੀ ਮਿਆਨ 'ਚ। ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰੇਮੀ ਸੀਗਾ ਜੀ। ਹਾਂਜੀ, ਉਹਦੀ ਸੋਭਾ ਬੜੀ ਹੀ ਉਸ ਸਿੱਖ ਦੀ ਜੀ। ਉੱਥੇ ਹੀ ਉਹਦੇ ਨਾਲ ਇੱਕ ਈਰਖਾ ਕਰਨ ਵਾਲਾ ਬੰਦਾ ਸੀ, ਉਹਨੇ ਉਹਦੀ ਚੁਗਲੀ ਲਾ ਦਿੱਤੀ ਜੀ। ਉਹਨੇ ਰਾਜੇ ਨੂੰ ਆਖਿਆ, ਉਸ ਬੰਦੇ ਨੂੰ ਤੁਸੀਂ ਮੋਟੀ ਰਕਮ ਦਿੰਦੇ ਜੇ, ਰੋਜ਼ ਖੁੱਲੀ ਮਾਇਆ ਦਿੰਦੇ ਹੋ, ਉਹ ਤੇ ਮਿਆਨ 'ਚ ਲੱਕੜ ਦੀ ਤਲਵਾਰ ਰੱਖ ਕੇ ਬੈਠਾ। ਰਾਜਾ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਵੇਖ ਲਵਾਂਗਾ। ਹੁਣ ਇੱਜ਼ਤਦਾਰ ਬੰਦੇ ਨਾਲ ਗੱਲ ਕਰਨੀ ਹੋਵੇ, ਬੰਦਾ ਕਿਸੇ ਤਰੀਕੇ ਨਾਲ ਕਰਦਾ ਜੀ। ਰਾਜਾ ਸਿੱਧਾ ਨਹੀਂ ਸੀ ਕਹਿ ਸਕਦਾ ਵੀ ਮੈਨੂੰ ਤੇਰੇ ਤੇ ਸ਼ੱਕ ਹੈ ਤਾਂ ਆਪਣੀ ਤਲਵਾਰ ਕੱਢ ਕੇ ਵਿਖਾ। ਰਾਜਾ ਕਹਿਣ ਲੱਗਾ ਅੱਜ ਮੈਂ ਸਾਰਿਆਂ ਦੀਆਂ ਤਲਵਾਰਾਂ ਵੇਖਣੀਆਂ। ਹਾਂਜੀ, ਸਭ ਤਲਵਾਰਾਂ ਕੱਢ ਕੇ ਵਿਖਾਉਣ ਜੀ, ਤਲਵਾਰਾਂ ਕੱਢ ਕੇ ਵਿਖਾਉਣ। ਰਾਜਾ ਸ਼ਾਬਾਸ਼ੇ ਦੇਈ ਜਾਵੇ। ਸਿੱਖ ਦੀ ਵਾਰੀ ਆਈ ਜੀ। ਹੁਣ ਸਿੱਖ ਨੂੰ ਪਤਾ ਵੀ ਮੇਰੀ ਵਿੱਚ ਮਿਆਨ ਦੇ ਤਲਵਾਰ ਜਿਹੜੀ ਉਹ ਲੱਕੜ ਦੀ ਹੈਗੀ ਹੈ, ਤੇ ਜੇ ਰਾਜੇ ਦੇ ਸਾਹਮਣੇ ਲੱਕੜ ਦੀ ਨਿਕਲ ਗਈ, ਮੇਰੀ ਇੱਜ਼ਤ ਨਹੀਂ ਰਹਿਣੀ, ਦਰਬਾਰ ਵਿੱਚ ਬੇਇੱਜ਼ਤੀ ਹੋਣੀ। ਇੱਥੇ ਕੀ ਕੰਮ ਆਇਆ ਜੀ? ਇੱਥੇ ਭਰੋਸਾ ਕੰਮ ਆਉਣਾ ਜੀ। ਆਖੋ ਵਾਹਿਗੁਰੂ। ਇੱਥੇ ਭਰੋਸੇ ਨੇ ਕੰਮ ਆਉਣਾ ਜੀ, ਭਰੋਸੇ ਨੇ। ਉਹਨੇ ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ। ਕਿੰਨਾ ਕੁ ਚਿਰ ਲਾਇਆ ਜੀ? ਤਲਵਾਰ ਕੱਢਣ ਲੱਗਿਆਂ ਅਰਦਾਸ ਕੀਤੀ ਜੀ। ਹਾਂਜੀ, ਗੁਰੂ ਅਰਜਨ ਦੇਵ ਮਹਾਰਾਜ ਬੈਠੇ, ਮਹਾਰਾਜ ਨੇ ਆਪਣੇ ਪਿਆਰੇ ਦੀ ਅਰਦਾਸ ਸੁਣੀ ਜੀ। ਤਲਵਾਰ ਕੱਢਣ ਲੱਗਿਆਂ ਅਰਦਾਸ ਕੀਤੀ, ਜਦੋਂ ਤਲਵਾਰ ਕੱਢੀ ਉਦੋਂ ਲੋਹੇ ਦੀ ਨਿਕਲੀ ਜੀ ਉਹ ਜੀ, ਸਭ ਤੋਂ ਵੱਧ ਤਿੱਖੀ ਨਿਕਲੀ ਜੀ ਉਹ। ਹਾਂਜੀ, ਨਿੰਦਕ ਦਾ ਮੁਖ ਕਾਲਾ ਹੋ ਗਿਆ ਤੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਦੀ ਵਡਿਆਈ ਹੋ ਗਈ ਜੀ। ਭਰੋਸੇ ਦੀ ਗੱਲ, ਭਰੋਸੇ ਦੀਆਂ ਬਾਤਾਂ ਨਿਰਾਲੀਆਂ ਹਨ। ਸਾਡਾ ਮਹਾਰਾਜ ਉੱਤੇ ਭਰੋਸਾ ਬਣਦੇ ਜੀ। ਸਰਹੰਦ ਦਾ ਇਲਾਕਾ, ਸਰਹੰਦ ਦਾ ਜਿੱਥੇ ਫਤਿਹਗੜ੍ਹ ਸਾਹਿਬ ਹੈ, ਇਹ ਸਰਹੰਦ ਦੇ ਇਲਾਕੇ 'ਚ ਇੱਕ ਸਿੱਖ ਰਹਿੰਦਾ ਸੀ ਮਹਾਰਾਜ ਦਾ ਜੀ, ਗੁਰੂ ਅਰਜਨ ਦੇਵ ਜੀ ਦਾ। ਉਹ ਸਿੱਖ ਦਾ ਕੰਮ ਕੀ ਸੀਗਾ ਜੀ? ਲੋਕਾਂ ਦੀਆਂ ਵਸਤੂਆਂ ਉਹਨੇ ਆਪਣੇ ਕੋਲ ਰੱਖਣੀਆਂ, ਵਹੀ ਖਾਤੇ 'ਚ ਲਿਖ ਲੈਣੀਆਂ, ਸਮਾਂ ਆਉਣ 'ਤੇ ਉਹ ਵਸਤੂਆਂ ਥੋੜ੍ਹੀ ਮਾਇਆ ਲੈ ਕੇ ਦੇ ਦੇਣੀਆਂ ਜੀ। 2 ਮੁਸਲਮਾਨ ਭਰਾ, ਉਹਨਾਂ ਬਾਹਰ ਜਾਣਾ ਸੀ ਕਿਤੇ ਜੀ। ਸੋਨੇ ਦੀਆਂ ਮੋਹਰਾਂ ਦੀ ਥੈਲੀ ਉਹਨੂੰ ਸਿੱਖ ਨੂੰ ਦੇ ਕੇ ਗਏ ਜੀ। ਕਹਿੰਦੇ ਰੱਖ ਲਾ, ਸਮਾਂ ਆਉਣ 'ਤੇ ਲਵਾਂਗੇ। ਸਿੱਖ ਨੂੰ ਉਹ ਰਜਿਸਟਰ 'ਤੇ ਚੜਾਉਣ ਦਾ ਚੇਤਾ ਭੁੱਲ ਗਿਆ ਜੀ। ਹਾਂਜੀ, ਰਜਿਸਟਰ 'ਤੇ ਪੜਾਉਣ ਦਾ ਚੇਤਾ ਭੁੱਲ ਗਿਆ ਤੇ ਇੱਕ ਘੜੇ 'ਚ ਇੱਕ ਪਾਸੇ ਰੱਖ ਦਿੱਤੀਆਂ ਜੀ। ਸਿੱਖ ਮਨੋਂ ਸੱਚਾ ਸੀ। ਸਮੇਂ ਦੇ ਨਾਲ ਉਹ ਆਏ ਬੰਦੇ ਜੀ, ਕਹਿੰਦੇ ਵੀ ਅਸੀਂ ਤੈਨੂੰ ਮੋਹਰਾਂ ਦੇ ਕੇ ਗਏ ਸਾਂ, ਸੋਨਾ ਦੇ ਕੇ ਗਏ ਸਾਂ, ਸੋਨਾ ਵਾਪਸ ਕਰ ਦੇ। ਸਿੱਖ ਕਹਿਣ ਲੱਗਾ ਮੈਂ ਵਹੀ ਖਾਤਾ ਵੇਖ ਲਵਾਂ। ਜਦੋਂ ਉਹ ਵਹੀ ਖਾਤਾ ਵੇਖਣ ਲੱਗਾ ਉਦੋਂ ਵਿੱਚ ਨਾਂ ਨਹੀਂ ਸੀ ਹੈਗਾ ਉਹਨਾਂ ਦਾ, ਚੇਤਾ ਭੁੱਲ ਗਿਆ। ਉਹ ਕਹਿਣ ਅਸੀਂ ਤੈਨੂੰ ਦਿੱਤਾ, ਸਿੱਖ ਕਵੇ ਮੈਨੂੰ ਦਿੱਤਾ ਨਹੀਂ ਜੀ। ਕਈ ਵਾਰੀ ਬੰਦੇ ਕੋ ਅਣਜਾਣਪੁਣੇ 'ਚ ਝੂਠ ਬੋਲਿਆ ਜਾਂਦਾ ਜੀ। ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਝੂਠ ਬੋਲ ਰਿਹਾ, ਅਣਜਾਣਪੁਣੇ 'ਚ ਝੂਠ ਬੋਲਿਆ ਜਾਂਦਾ ਜੀ। ਭੁੱਲਣਾ ਰਦੀਬ ਹੈ ਨਾ ਜੀ। ਸਿੱਖ ਕਹਿੰਦਾ ਹੈ ਵੀ ਤੁਸੀਂ ਮੈਨੂੰ ਨਹੀਂ ਮੋਹਰਾਂ ਦਿੱਤੀਆਂ। ਉਹ ਕਹਿੰਦੇ ਤੈਨੂੰ ਮੋਹਰਾਂ ਦਿੱਤੀਆਂ। ਗੱਲ ਉਸ ਸਮੇਂ ਨਵਾਬ ਕੋ ਪਹੁੰਚ ਗਈ ਜੀ। ਤੇ ਬਹੁਤੇ ਪੁਰਾਣੇ ਸਮੇਂ ਵਿੱਚ ਨਾ ਜੀ ਧਰਮ ਦੇ ਪੱਧਰ ਤੇ ਹੀ ਨਿਆਂ ਹੁੰਦਾ ਸੀਗਾ ਜੀ। ਮੁਸਲਮਾਨ ਬੰਦਾ ਕਹਿਣ ਲੱਗਾ ਵੀ ਮੈਂ ਆਪਣੇ ਪੂਰੇ ਭਰੋਸੇ ਨਾਲ ਕਹਿਣਾ ਹੈ, ਮੈਂ ਸੱਚ ਬੋਲਦਾ, ਇਹ ਸਿੱਖ ਝੂਠ ਬੋਲਣ ਦਿਆ। ਸਿੱਖ ਕਹਿੰਦਾ ਮੈਂ ਆਪਣੇ ਗੁਰੂ ਦੇ ਭਰੋਸੇ ਕਹਿਣਾ ਮੈਂ ਸੱਚ ਬੋਲਦਾ, ਇਹ ਝੂਠ ਬੋਲਦਾ।
ਹਾਂਜੀ। ਤੇ ਨਵਾਬ ਕਹਿਣ ਲੱਗਾ ਵੀ ਫੈਸਲਾ ਕਰ ਲੈਨੇ। ਤੇਲ ਦਾ ਕੜਾਇਆ ਗਰਮ ਕਰੋ ਕਹਿਣ ਲੱਗਾ। ਤੇਲ ਦਾ ਕੜਾਇਆ ਗਰਮ ਕਰੋ, ਦੋਵੇਂ ਬਾਂਹ ਪਾਓ, ਜਿਹੜਾ ਸੱਚਾ ਹੋਏਗਾ ਉਹਦੀ ਬਾਂਹ ਨਹੀਂ ਸੜੇਗੀ। ਗੱਜ ਕੇ ਆਖੋ ਵਾਹਿਗੁਰੂ। ਇਖਲਾਕੀ ਤੌਰ ਤੇ ਵੇਖੀਏ, ਬਾਹਰੋਂ ਵੇਖੀਏ, ਸਿੱਖ ਨੂੰ ਭੁਲੇਖਾ ਲੱਗ ਗਿਆ ਜੀ ਮੁਸਲਮਾਨ ਸੱਚਾ ਹੈਗਾ ਜੀ। ਹਾਂਜੀ, ਦੋਵਾਂ ਨੇ ਇਕੱਠਿਆਂ ਹੀ ਵਾੜਨੀ ਸੀਗੀ ਬਾਂਹ ਦੀ, ਤੇਲ ਵਿੱਚ ਨਾ ਇਕੱਠਿਆਂ ਪਾਉਣੀ ਸੀਗੀ। ਮੁਸਲਮਾਨ ਜਿਹੜਾ ਸੀਗਾ ਆਪਣੇ ਕਦੀ ਕਿਸੇ ਪੀਰ ਨੂੰ ਯਾਦ ਕਰੇ, ਕਦੀ ਕਿਸੇ ਪੀਰ ਨੂੰ ਯਾਦ ਕਰੇ, ਬੜੇ ਪੀਰਾਂ ਨੂੰ ਯਾਦ ਕੀਤਾ ਜੀ। ਤੇ ਗੁਰੂ ਦੇ ਸਿੱਖ ਨੇ ਹੱਥ ਜੋੜੇ, ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਜੀ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਦੇ ਸਿੱਖ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਮੈਂ ਤਪ ਦੇ ਤੇਲ 'ਚ ਹੱਥ ਪਾਉਣ ਲੱਗਾ, ਮਿਹਰ ਕਰੋ, ਹੁਣ ਮੇਰੀ ਰਾਖੀ ਤੁਹਾਂ ਕਰਨੀ ਜੇ। ਸਿੱਖ ਨੂੰ ਇਹ ਵੀ ਮੈਂ ਸੱਚਾ ਜੀ। ਹੋਇਆ ਕੀ ਜੀ, ਉਹ ਮੁਸਲਮਾਨ ਦੀ ਬਾਂਹ ਸੜ ਗਈ ਤੇ ਸਿੱਖ ਦੀ ਬਾਂਹ ਬਚ ਗਈ ਜੀ। ਸੜਨ ਦਿਆ ਤੇਲ ਜੀ, ਤੇਲ 'ਚ ਬਾਂਹ ਪਾਤੀ, ਭਰੋਸੇ ਦੀ ਗੱਲ ਜੀ। ਤੇਲ 'ਚ ਬਾਂਹ ਪਾਤੀ, ਉਹਦੀ ਬਾਂਹ ਬਚ ਗਈ, ਉਹਦੀ ਬਾਂਹ ਸੜ ਗਈ ਜੀ। ਸਾਰੇ ਕਿਤੇ ਹੋਇਆ ਵੀ ਸਿੱਖ ਸੱਚਾ ਜੀ। ਉਹ ਮੁਸਲਮਾਨ ਬੜਾ ਹੈਰਾਨ ਹੋਇਆ ਵੀ ਹੱਦ ਹੋ ਗਈ, ਮੈਂ ਸੱਚਾ, ਮੇਰੀ ਬਾਂਹ ਸੜ ਗਈ। ਸਿੱਖ ਘਰ ਬੈਠਾ ਜੀ ਆਪਣੇ, ਉਹ ਸੋਚ ਰਿਹਾ ਵੀ ਝੂਠਾ ਬੰਦਾ ਜਿਹਨੂੰ ਪਤਾ ਮੇਰੀ ਬਾਂਹ ਸੜ ਜਾਣੀ ਹੈ, ਉਹ ਕਦੀ ਤੇਲ 'ਚ ਬਾਂਹ ਨਹੀਂ ਪਾਏਗਾ ਜੀ। ਕਿਉਂ? ਉਹਨੂੰ ਪਤਾ ਮੇਰੀ ਬਾਂਹ ਸੜ ਜਾਣੀ। ਜੇ ਉਸ ਮੁਸਲਮਾਨ ਨੇ ਆਪਣੀ ਬਾਂਹ ਪਾਈ ਸੀਗੀ, ਇਹਦਾ ਮਤਲਬ ਉਹ ਸੱਚਾ ਹੋਏਗਾ। ਤੇ ਮਨਾ ਕਿਤੇ ਮੈਨੂੰ ਹੀ ਨਾ ਭੁਲੇਖਾ ਲੱਗ ਗਿਆ ਹੋਵੇ। ਹਾਂਜੀ, ਉਹ ਰਾਤ ਸੁੱਤਾ ਨਹੀਂ ਜੀ, ਦੁਕਾਨ ਫੋਲੀ ਦੀ ਆਪਣੀ ਸਾਰੀ। ਹਾਂਜੀ, ਇੱਕ ਘੜੇ ਦੇ ਵਿੱਚ ਇੱਕ ਪਾਸੇ ਮੋਹਰਾਂ ਰੱਖੀਆਂ ਹੋਈਆਂ ਲੱਭ ਗਈਆਂ ਜੀ ਉਹਨੂੰ ਜੀ। ਦਿਨ ਚੜਿਆ, ਉਸ ਮੁਸਲਮਾਨ ਦੇ ਘਰ ਗਿਆ ਤੇ ਮੋਹਰਾਂ ਰੱਖ ਕੇ ਉਹਦੇ ਕੋਲੋਂ ਮਾਫੀ ਮੰਗੀ ਵੀ ਮੇਰੇ ਕੋਲੋਂ ਭੁੱਲ ਹੋ ਗਈ, ਤੂੰ ਸੱਚ ਕਹਿਣਾ ਸਾਂ, ਤੇਰੀਆਂ ਮੋਹਰਾਂ ਮੇਰੇ ਕੋਲ ਪਈਆਂ ਸੀ, ਮੈਨੂੰ ਲਿਖਣ ਦਾ ਚੇਤਾ ਭੁੱਲ ਗਿਆ। ਉਹ ਕਹਿੰਦਾ ਮੋਹਰਾਂ ਦੀ ਤੇ ਗੱਲ ਇੱਕ ਪਾਸੇ ਰਹੀ ਜੀ। ਉਹ ਕਹਿਣ ਲੱਗਾ ਮੁਸਲਮਾਨ, ਕਹਿੰਦਾ ਮੋਹਰਾਂ ਦੀ ਗੱਲ ਇੱਕ ਪਾਸੇ ਰਹੀ, ਤੇਰਾ ਕਿਹੋ ਜਿਹਾ ਗੁਰੂ ਹੈਗਾ ਜਿਹੜਾ ਝੂਠਿਆਂ ਨੂੰ ਵੀ ਬਚਾਈ ਜਾਂਦਾ ਹੈ? ਕਿਹੋ ਜਿਹਾ ਗੁਰੂ ਹੈਗਾ ਜਿਹੜਾ ਝੂਠਿਆਂ ਨੂੰ ਵੀ ਬਚਾਈ ਜਾਂਦਾ? ਮੈਂ ਸੱਚਾ, ਮੇਰੀ ਬਾਂਹ ਸੜ ਗਈ, ਤੂੰ ਝੂਠਾ, ਤੇਰੀ ਬਾਂਹ ਸੜੀ ਨਹੀਂ। ਮੈਨੂੰ ਆਪਣੇ ਗੁਰੂ ਕੋਲ ਲੈ ਕੇ ਚੱਲ। ਸਰਹੰਦ ਤੋਂ ਦੋਵੇਂ ਚੱਲ ਕੇ ਅੰਮ੍ਰਿਤਸਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਆਏ ਜੀ। ਬਾਂਹ ਬੂ ਬੰਨੀ ਫਿਰੇ ਜੀ। ਉਹ ਗੁੱਸਾ ਉਹਨੂੰ ਹੈਗਾ ਸੀਗਾ ਜੀ। ਹਾਂਜੀ, ਗੁੱਸਾ ਉਹਨੂੰ ਸੀਗਾ ਜੀ। ਆ ਗਏ ਜੀ, ਮਹਾਰਾਜ ਨੂੰ ਨਮਸਕਾਰ ਕੀਤੀ। ਗੁਰੂ ਸਾਹਿਬ ਜਾਣੀ ਜਾਣ ਵੇਖ ਕੇ ਮੁਸਕਰਾ ਪਏ। ਗੁਰੂ ਅਰਜਨ ਸਾਹਿਬ ਜੀ ਨੂੰ ਸਾਰੀ ਗੱਲ ਦਾ ਪਤਾ ਜੀ। ਮਹਾਰਾਜ ਜਾਣੀ ਜਾਣ ਸਤਿਗੁਰੂ ਵੇਖ ਕੇ ਮੁਸਕਰਾ ਪਏ ਤੇ ਉਹ ਮੁਸਲਮਾਨ ਕਹਿਣ ਲੱਗਾ ਜੀ, ਕਹਿੰਦਾ ਜੀ ਮੈਨੂੰ ਕੋਈ ਸ਼ੱਕ ਨਹੀਂ, ਤੁਸੀਂ ਕਰਾਮਾਤੀ ਗੁਰੂ 'ਚ, ਪਰ ਇਹ ਕਿੱਥੋਂ ਦਾ ਨਿਆਂ ਹੈਗਾ? ਤੁਸੀਂ ਆਪਣੇ ਝੂਠੇ ਬੰਦੇ ਦੀ ਵੀ ਇੱਜ਼ਤ ਰੱਖ ਲਈ ਤੇ ਮੇਰੇ ਸੱਚੇ ਹੋਣ ਦੇ ਬਾਵਜੂਦ ਮੇਰੀ ਬਾਂਹ ਸੜ ਗਈ ਹੈ। ਤੇ ਹੁਣ ਸਿੱਖਿਆ ਸੁਣਿਓ ਗੁਰੂ ਅਰਜਨ ਦੇਵ ਜੀ ਦੀ। ਅੱਜ ਮਹਾਰਾਜ ਦਾ ਗੁਰਪੁਰਬ ਹੈ। ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਪਿਆਰਿਆ, ਗੱਲ ਸਾਰੀ ਭਰੋਸੇ ਦੀ ਹੈਗੀ ਤੇ ਇੱਕ ਤੇ ਭਰੋਸੇ ਦੀ ਹੈਗੀ ਹੈ। ਮਹਾਰਾਜ ਕਹਿਣ ਲੱਗੇ, ਜਦੋਂ ਤੂੰ ਤੇਲ 'ਚ ਬਾਂਹ ਪਾ ਰਿਹਾ ਹਾਂ, ਤੂੰ ਬੜਿਆਂ ਨੂੰ ਯਾਦ ਕੀਤਾ ਸੀ। ਕਹਿਣ ਲੱਗੇ, ਬੜਿਆਂ ਨੂੰ ਯਾਦ ਕੀਤਾ, ਤੂੰ ਸੱਚਾ ਸੈਂ, ਤੇਰਾ ਭਰੋਸਾ ਇੱਕ ਤੇ ਨਹੀਂ ਸੀ ਹੈਗਾ। ਤੂੰ ਬੜਿਆਂ ਨੂੰ ਯਾਦ ਕੀਤਾ, ਕੋਈ ਵੀ ਨਹੀਂ ਪਹੁੰਚਿਆ। ਮਹਾਰਾਜ ਕਹਿੰਦੇ ਹੁਣ ਸੁਣ, ਸਿੱਖ ਝੂਠਾ ਨਹੀਂ ਸੀ ਹੈਗਾ, ਸਿੱਖ ਨੂੰ ਭੁਲੇਖਾ ਪਿਆ। ਜੇ ਝੂਠਾ ਹੁੰਦਾ, ਮੋਹਰਾਂ ਲੈ ਕੇ ਤੇਰੇ ਘਰ ਨਾ ਹੁੰਦਾ। ਮਹਾਰਾਜ ਕਹਿਣ ਲੱਗੇ,
ਮੋਹਰਾਂ ਲੈ ਕੇ ਤੇਰੇ ਘਰ ਆਇਆ, ਤੈਨੂੰ ਮੋਹਰਾਂ ਦਿੱਤੀਆਂ, ਤੇਰੇ ਕੋਲ ਮਾਫੀ ਮੰਗੀ ਇਹਨੇ, ਇਹਨੂੰ ਭੁਲੇਖਾ ਲੱਗ ਗਿਆ। ਬਾਕੀ ਚੇਤਾ ਰੱਖੀ, ਜਿਹੜਾ ਇੱਕ ਦੇ ਅੱਗੇ ਅਰਦਾਸ ਕਰਦਾ ਫਿਰ ਇੱਕ ਨੂੰ ਲਾਜ ਹੁੰਦੀ, ਮਹਾਰਾਜ ਕਹਿਣ ਲੱਗੇ। ਇਹਨੂੰ ਸਾਡੇ ਤੇ ਹੈ ਭਰੋਸਾ, ਤੇ ਮਹਾਰਾਜ ਕਹਿੰਦੇ ਭਰੋਸੇ ਵਾਲਿਆਂ ਦੀ ਅਸੀਂ ਲਾਜ ਰੱਖਣੀ ਹੈ, ਸਾਡਾ ਧਰਮ ਹੈਗਾ ਕਹਿਣ ਲੱਗੇ। ਇਸ ਕਰਕੇ ਸੰਗਤ ਜੀ, ਜਿਹੜਾ ਤੇ ਰੱਖਦਾ ਗੁਰੂ ਜੀ ਤੇ ਭਰੋਸਾ, ਸੱਚੇ ਪਾਤਸ਼ਾਹ ਗਰੀਬ ਨਵਾਜ ਉਹਨਾਂ ਦੀ ਲਾਜ ਰੱਖਦੇ, ਉਹਨਾਂ ਤੇ ਮਿਹਰਾਂ ਕਰਦੇ, ਉਹਨਾਂ ਤੇ ਬਖਸ਼ਿਸ਼ਾਂ ਕਰਦੇ। ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਨੂੰ ਤੁਹਾਡੇ ਤੇ ਭਰੋਸਾ ਵੱਜਦੇ, ਭਰੋਸਾ ਵੱਜਦੇ। ਮੈਂ ਪੋਥੀ ਸਾਹਿਬ ਪ੍ਰਕਾਸ਼ ਕਰਾਈ ਸੀਗੀ ਵੀ ਲੜੀਵਾਰ ਕਥਾ ਕਰਾਂਗੇ, ਪਰ ਟਾਈਮ ਜਿਹੜਾ ਉਹ ਮਹਾਰਾਜ ਦੀ ਸਿਫਤ ਵਡਿਆਈ ਵਿੱਚ ਹੀ ਲੰਘ ਗਿਆ। ਲੰਘ ਕੀ ਗਿਆ, ਸਫਲ ਹੋ ਗਿਆ ਜੀ। ਤੇ ਆਪਾਂ ਲੜੀਵਾਰ ਪ੍ਰਸੰਗ ਕੱਲ ਨੂੰ ਸੁਣ ਲਾਂਗੇ ਜੀ। ਹਾਂਜੀ, ਗੁਰੂ ਅਰਜਨ ਦੇਵ ਮਹਾਰਾਜ ਆਪਣੇ ਸਿੱਖਾਂ ਪਿਆਰਿਆਂ ਦੇ ਉੱਤੇ ਬਖਸ਼ਿਸ਼ਾਂ ਕਰਦੇ, ਕੋਈ ਹਿਸਾਬ ਨਹੀਂ ਹੈ। ਮਹਾਰਾਜ ਨੇ ਕਿੰਨੀਆਂ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਜੀ। ਖੁਦ ਮਹਾਰਾਜ ਸੱਚੇ ਪਾਤਸ਼ਾਹ ਕੋੜੀਆਂ ਦੀ ਜਾ ਕੇ ਆਪਣੇ ਹੱਥਾਂ ਨਾਲ ਸੇਵਾ ਕਰਦੇ ਰਹੇ ਜੀ। ਤੇ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਹੱਥ ਲਾ ਦਿੰਦੇ ਸੀ ਨਾ ਜੀ, ਉਹ ਕੋੜੀ ਰਾਜੀ ਹੋ ਜਾਂਦਾ ਸੀਗਾ ਜੀ। ਗੁਰੂ ਦਾ ਸਪਰਸ਼ ਹੈ, ਗੁਰੂ ਦੇ ਸਪਰਸ਼ 'ਚ ਬੜੀ ਤਾਕਤ ਹੈਗੀ ਹੈ ਜੀ, ਬਹੁਤ ਤਾਕਤ ਹੈਗੀ ਹੈ ਜੀ। ਸੰਮਣ ਮੂਸਣ ਦੀ ਕਥਾ ਤੁਸੀਂ ਬੜਿਆਂ ਨੇ ਸੁਣੀ ਹੈ ਜੀ। ਹਾਂਜੀ, ਭਰੋਸੇ ਤੇ ਗੱਲ ਟਿਕੀ ਜੀ। ਲਾਹੌਰ ਦੇ ਨੇ ਜੀ ਸੰਮਣ ਤੇ ਮੂਸਣ, ਗੁਰੂ ਅਰਜਨ ਦੇਵ ਮਹਾਰਾਜ ਨਾਲ ਬੜਾ ਪਿਆਰ ਕਰਦੇ ਜੀ। ਅਰਦਾਸ ਕੀਤੀ ਹੈ, ਮਹਾਰਾਜ ਕਿਤੇ ਵੇਲਾ ਮਿਲੇ ਸਾਡੇ ਘਰ ਆਇਓ, ਚਰਨ ਪਾਇਓ, ਅਸੀਂ ਸੰਗਤ ਦੀ ਸੇਵਾ ਕਰਨੀ ਚਾਹੁੰਦੇ ਹਾਂ। ਗਰੀਬੀ ਬਹੁਤ ਹੈ, ਗਰੀਬੀ ਬਹੁਤ ਹੈ। ਅਰਦਾਸ ਕਰ ਦਿੱਤੀ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਗੁਰੂ ਸਾਹਿਬ ਮਹਾਰਾਜ ਲਾਹੌਰ ਦੇ ਵਿੱਚ ਵਿਚਰ ਰਹੇ ਸਨ। ਮਹਾਰਾਜ ਨੇ ਦਿਨ ਦੇ ਦਿੱਤਾ ਵੀ ਅੱਜ ਤੁਹਾਡੇ ਘਰ ਜਾਵਾਂਗੇ ਜੀ, ਇਸ ਤਰੀਕ ਨੂੰ ਆਵਾਂਗੇ। ਜਦੋਂ ਮਹਾਰਾਜ ਨੇ ਉਹ ਦਿਨ ਦੇ ਦਿੱਤਾ, ਪਿਓ ਪੁੱਤ ਦੋਵੇਂ ਬੈਠੇ ਸਲਾਹ ਕਰਦੇ ਆ ਵੀ ਗੁਰੂ ਸਾਹਿਬ ਨੇ ਆਉਣਾ, ਗੁਰੂ ਦੀਆਂ ਸੰਗਤਾਂ ਨੇ ਆਉਣਾ, ਤੇ ਸਾਡੀ ਕਿਵੇਂ ਖੇਡ ਬਣੇਗੀ, ਕਿਵੇਂ ਇੱਜ਼ਤ ਰਹੇਗੀ। ਇੰਨੇ ਲੋਕਾਂ ਨੇ ਸਾਡੇ ਘਰ ਆਉਣਾ, ਛਕਾਉਣ ਵਾਸਤੇ ਹੈ ਹੀ ਕੁਝ ਨਹੀਂ, ਗਰੀਬੀ ਦਾ ਵਾ। ਪਿਓ ਪੁੱਤ ਸਲਾਹ ਕਰਦੇ ਜੀ। ਹਾਂਜੀ, ਤੇ ਚੇਤਾ ਰੱਖਿਓ, ਮਨ ਵਿੱਚ ਸੋਚਿਆ ਵੀ ਚੋਰੀ ਕਰ ਲਈਏ। ਵੇਖੋ, ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ? ਧਾਰ ਮੰਗਿਆ, ਧਾਰ ਦਿੱਤਾ ਨਹੀਂ ਜੀ। ਧਾਰ ਮੰਗਿਆ, ਧਾਰ ਦਿੱਤਾ ਨਹੀਂ ਜੀ। ਬੜੀ ਲੰਮੀ ਸਾਖੀ ਹੈ, ਬੜੀ ਲੰਮੀ ਸਾਖੀ ਹੈ। ਹਾਂਜੀ, ਉਹ ਰਾਤ ਫਿਰ ਸ਼ਾਹੂਕਾਰ ਦੇ ਘਰ ਦੇ ਬਾਹਰ ਖਲੋਤੇ ਗੱਲਾਂ ਸੁਣਦੇ ਸੀਗੇ। ਆਪਣੀ ਘਰ ਵਾਲੀ ਨਾਲ ਲੜਨ ਦਿਆ ਸੀ, ਜਵਾਨੀ ਦਾ ਹਿਸਾਬ ਨਹੀਂ ਰਲ ਰਿਹਾ ਜੀ। ਹਾਂਜੀ, ਉੱਥੇ ਪਏ ਪਏ ਨੂੰ ਉਹਨੂੰ ਨੀਂਦ ਆ ਗਈ ਤੇ ਪੈਸੇ ਖੁੱਲੇ ਪਏ, ਇਹਨਾਂ ਛੱਤ ਨੂੰ ਸੰਨ ਲਾਈ ਦੀ ਦੋਵਾਂ ਪਿਓ ਪੁੱਤਾਂ ਨੇ ਜੀ। ਹਾਂਜੀ, ਤੇ ਪੁੱਤ ਨੇ ਪੈਸੇ ਚੁੱਕ ਕੇ ਪਿਤਾ ਨੂੰ ਫੜਾ ਦਿੱਤੇ ਤਾਂ ਨੂੰ, ਤੇ ਉਹਨੇ ਚਿਰ ਨੂੰ ਸ਼ਾਹੂਕਾਰ ਜਾਗ ਗਿਆ ਜੀ। ਹਾਂਜੀ, ਸ਼ਾਹੂਕਾਰ ਜਾਗ ਗਿਆ। ਛੇਤੀ ਦੇ ਨਾਲ ਪੁੱਤ ਕਹਿਣ ਲੱਗਾ ਵੀ ਮੇਰੀ ਧੌਣ ਵੱਢ ਦੇ। ਤਾਂ ਸੀ ਨਾ ਧੌਣ, ਕਹਿਣ ਲੱਗਾ ਇਹਨੂੰ ਪਤਾ ਹੀ ਨਾ ਲੱਗੇ ਅਸੀਂ ਕੌਣ ਹੈਗੇ। ਬਾਪ ਨੂੰ ਮਜਬੂਰੀ ਵਿੱਚ ਇਹ ਕੰਮ ਕਰਨਾ ਪਿਆ ਜੀ। ਮਨੋਰਥ ਕੀ ਹੈ? ਗੁਰੂ ਅਰਜਨ ਸਾਹਿਬ ਨੇ ਸਾਡੇ ਘਰ ਆਉਣਾ ਤੇ ਸੇਵਾ ਕਰਨੀ ਹੈ। ਬਾਪ ਨੂੰ ਮਜਬੂਰੀ 'ਚ ਇਹ ਕੰਮ ਕਰਨਾ ਪਿਆ ਜੀ। ਸੰਗਤ ਜੀ, ਸ਼ਾਹੂਕਾਰ ਦੇ ਘਰ ਅੱਧਾ ਸਰੀਰ ਉਵੇਂ ਪਿਆ ਜੀ, ਬਿਨਾਂ ਧੋਣ ਤੋਂ। ਸ਼ਾਹੂਕਾਰ ਕਲਪੇ, ਹੱਥਾਂ ਪੈਰਾਂ ਦੀ ਪੈ ਗਈ। ਦਿਨ ਚੜ੍ਹਿਆ। ਹਾਂਜੀ, ਤੇ ਉਹਨੂੰ ਪਤਾ ਲੱਗਾ ਵੀ ਉਹ ਫਲਾਣਾ ਬੰਦਾ ਪੈਸੇ ਮੰਗਦਾ ਸੀ। ਉਹਨੇ ਉਹਨੂੰ ਹੀ ਸੱਦ ਲਿਆਂਦਾ, ਕਹਿਣ ਲੱਗਾ ਪੈਸੇ ਮੈਂ ਦਿਆਂਗਾ, ਆਹ ਸਰੀਰ ਕਿਤੇ ਟਿਕਾਣੇ ਲਾ ਦੇ। ਤੇ ਸਰੀਰ ਤੇ ਉਹਦੇ ਪੁੱਤ ਦਾ ਹੀ ਸੀਗਾ ਜੀ। ਉਹਨੇ ਕਹਿਣ ਲੱਗਾ ਕੋਈ ਨਹੀਂ, ਸਰੀਰ ਚੁੱਕ ਕੇ ਘਰ ਲੈ ਆਇਆ। ਸਿਰ ਵੱਖਰਾ, ਧੜ ਵੱਖਰਾ, ਘਰ ਕਮਰੇ 'ਚ ਰੱਖਤਾ। ਆਪਣਾ ਮਨ ਬੰਨ੍ਹ ਕੇ ਗੁਰੂ ਜੀ ਨੇ ਘਰ ਵਿੱਚ ਆਉਣਾ,
ਇਸ ਗੱਲ ਨੂੰ ਮੁੱਖ ਰੱਖ ਕੇ ਸੰਗਤਾਂ ਦੀ ਸੇਵਾ ਕਰਨ ਲੱਗਾ ਜੀ। ਉਹ ਪਦਾਰਥ ਬਣਾਏ, ਸੰਗਤਾਂ ਆਈਆਂ ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਬੈਠੇ ਜੀ। ਮਹਾਰਾਜ ਨੂੰ ਪਤਾ ਹੈ ਕਿ ਇਹਨਾਂ ਦੇ ਘਰ ਚ ਅੱਜ ਕੀ ਹੋਇਆ ਹੈ, ਵੀ ਪੋਤੇ ਦਾ ਮਰ ਗਿਆ ਤੇ ਸਿਰ ਵੱਖਰਾ ਪਿਆ, ਧੜ ਵੱਖਰਾ ਪਿਆ। ਇਹ ਵੀ ਗੁਰੂ ਜੀ ਦੀ ਮਿਹਰ ਦਇਆ ਹੋ ਗਈ ਵੀ ਦੋਵੇਂ ਚੀਜ਼ਾਂ ਇਕੱਠੀਆਂ ਹੋ ਗਈਆਂ ਜੀ। ਪਿਓ ਨੂੰ ਮਹਾਰਾਜ ਕਹਿਣ ਲੱਗੇ ਤੇਰਾ ਪੁੱਤ ਸਾਨੂੰ ਬੜੀਆਂ ਬੇਨਤੀਆਂ ਕਰਦਾ ਸੀਗਾ ਵੀ ਆਇਓ 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 ਮਹਾਰਾਜ ਸਾਡੇ ਘਰ ਚਰਨ ਪਾਇਓ। ਅੱਜ ਅਸੀਂ ਆਏ ਤਾਂ ਉਹ ਹੈ ਹੀ ਨਹੀਂ ਇੱਥੇ, ਕਿੱਥੇ ਹੈ ਮਹਾਰਾਜ? ਉਹ ਕਿਤੇ ਗਿਆ ਹੈ, ਇਸ ਤਰ੍ਹਾਂ ਕਹਿ ਦਿੱਤਾ। ਮਹਾਰਾਜ ਉਹ ਕਿਤੇ ਗਿਆ ਹੈ। ਮਹਾਰਾਜ ਕਹਿੰਦੇ ਨਹੀਂ ਉਹਨੂੰ ਸੱਦੋ, ਅਸੀਂ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਣਾ। ਮਹਾਰਾਜ ਉਹ ਤੇ ਕਿਤੇ ਜ਼ਰੂਰੀ ਕੰਮ ਨੂੰ ਗਿਆ। ਮਹਾਰਾਜ ਕਹਿੰਦੇ ਕਿਹੜਾ? ਇਹਨਾਂ ਵੀ ਕਿਹੜਾ ਜ਼ਰੂਰੀ ਕੰਮ ਹੋ ਗਿਆ? ਅਸੀਂ ਘਰ ਆਏ ਆ, ਉਹ ਜ਼ਰੂਰੀ ਕੰਮ ਚਲੇ ਗਿਆ। ਸਾਡੇ ਤੋਂ ਵੱਧ ਕਿਹੜਾ ਜ਼ਰੂਰੀ ਕੰਮ ਹੋ ਗਿਆ? ਤੇ ਸੰਗਤ ਜੀ ਮਹਾਰਾਜ ਨੇ ਪੁੱਤ ਦਾ ਨਾਮ ਲੈ ਕੇ ਆਵਾਜ਼ ਮਾਰੀ ਜੀ। ਤੇ ਹੁਣ ਸੋਚੋ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਮਾਰ ਰਹੇ ਹੋਣ, ਹਾਂਜੀ, ਤੇ ਉਥੇ ਤੇ ਕੁੱਲ ਲੁਕਾਈ ਆ ਕੇ ਖਲੋ ਜੇ ਜੀ। ਮਰੇ ਹੋਏ ਬੰਦੇ ਨੂੰ ਗੁਰੂ ਅਰਜਨ ਸਾਹਿਬ ਆਵਾਜ਼ ਮਾਰਨ, ਜਾਮਾਂ ਨੂੰ ਭਾਵੇਂ ਵਿੱਚ ਆ ਕੇ ਸਰੀਰ 'ਚ ਜਾਨ ਨਾ ਪਾਉਣੀ ਪਵੇ ਜੀ, ਕਿਉਂਕਿ ਗੁਰੂ ਅਰਜਨ ਸਾਹਿਬ ਦੇ ਹੁਕਮ 'ਚ ਹੈਗਾ ਸਾਰਾ ਕੁਝ ਜੀ। ਮਹਾਰਾਜ ਨੇ ਪੁੱਤ ਦਾ ਨਾਮ ਲੈ ਕੇ ਆਵਾਜ਼ ਮਾਰੀ। ਜਦੋਂ ਮਾਰੀ ਨਾ ਆਵਾਜ਼, ਉਸੇ ਵੇਲੇ ਜਿਉਂਦਾ ਹੋ ਕੇ ਆ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕ ਦਿੱਤਾ ਜੀ ਉਹਨੇ ਜੀ। ਪਿਓ ਪੁੱਤ ਰੋਣ ਲੱਗ ਪਏ। ਰੋ ਰੋ ਕੇ ਸਾਰੀ ਸੰਗਤ ਨੂੰ ਗੱਲ ਦੱਸੀ, ਸਾਡੇ ਨਾਲ ਆਹ ਵਰਤਿਆ। ਮੈਂ ਸੋਚਦਾ ਸਾਂ ਗੁਰੂ ਜੀ ਨੇ ਤੇ ਘਰੋਂ ਚਲੇ ਜਾਣਾ, ਮੈਂ ਕਿਹਦੇ ਆਸਰੇ ਜ਼ਿੰਦਗੀ ਕੱਟਾਂਗਾ। ਮੈਨੂੰ ਨਹੀਂ ਸੀ ਪਤਾ ਮਹਾਰਾਜ ਨੇ ਸਾਡੇ ਤੇ ਐਡੀ ਵੱਡੀ ਮਿਹਰ ਕਰ ਦੇਣੀ ਹੈ। ਇਸ ਕਰਕੇ ਸੰਗਤ ਜੀ ਗੱਲ ਗੁਰਾਂ ਦੇ ਉੱਤੇ ਭਰੋਸੇ ਦੀ ਹੈਗੀ ਹੈ। ਜਿਨ੍ਹਾਂ ਦਾ ਭਰੋਸਾ ਹੈ ਉਹਨਾਂ ਨੂੰ ਸਭ ਕੁਝ ਹੀ ਪ੍ਰਾਪਤ ਹੁੰਦਾ ਹੈ, ਉਹਨਾਂ ਨੂੰ ਸਭ ਕੁਝ ਮਿਲਦਾ। ਜੇ ਵੱਧ ਤੋਂ ਵੱਧ ਆਪਣੇ ਗੁਰੂ ਜੀ ਉੱਤੇ ਭਰੋਸਾ ਰੱਖਿਆ ਕਰੀਏ, ਮਹਾਰਾਜ ਜੀ ਦੀ ਬਾਣੀ ਪੜ੍ਹਿਆ ਕਰੀਏ। ਗੁਰੂ ਜੀ ਨੇ ਸਾਨੂੰ ਬਾਣੀ ਦੀ ਬਖਸ਼ਿਸ਼ ਕੀਤੀ ਹੈ, ਗੁਰੂ ਜੀ ਦਾ ਇਤਿਹਾਸ। ਜੇ ਹੁਣ ਬਾਣੀ ਨਾਲ ਇਹ ਸਾਖੀ ਨਾ ਮਿਲਦੀ ਹੋਵੇ, ਮੈਂ ਕਦੀ ਨਾ ਤੁਹਾਨੂੰ ਸੁਣਾਵਾਂ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਰਤਕ ਕੋ ਪਾਇਓ ਤਨ ਸਾਸਾ, ਵਿਛਰਤ ਆਨ ਮਿਲਾਇਆ। ਮੁਰਦੇ ਦੇ ਵਿੱਚ ਸਾਹ ਪਾਉਣ ਦੀ ਤਾਕਤ ਗੁਰੂ ਵਿੱਚ ਹੈਗੀ ਜੀ। ਮਿਰਤਕ ਕੋ ਜੀਵਾਲਨ ਹਾਰ, ਭੂਖੇ ਕੋ ਦੇਵਤ ਆਧਾਰ। ਉਹ ਤੇ ਮੁਰਦਿਆਂ ਨੂੰ ਵੀ ਜਿੰਦਿਆ ਕਰ ਦੇਣ ਜੀ। ਬਾਣੀ ਕਹਿ ਰਹੀ, ਮੈਂ ਨਹੀਂ ਕਹਿ ਰਿਹਾ ਜੀ। ਸਤਿਗੁਰ ਮੇਰਾ ਹਾਂਜੀ, ਸਤਿਗੁਰ ਮੇਰਾ ਮਾਰ ਜੀਵਾਲੇ। ਗੁਰੂ ਦੇ ਵਿੱਚ ਤਾਕਤ ਹੈਗੀ ਹੈ ਜੀ, ਗੁਰੂ ਵਿੱਚ ਤਾਕਤ ਹੈਗੀ ਹੈ। ਸੋ ਖੁਦ ਧਰਤੀ ਤੇ ਰੱਬ ਆਪ ਹੀ ਸਰੀਰ ਧਾਰਨ ਕਰਕੇ ਆਇਆ ਤੇ ਨਾਮ ਰੱਖਿਆ ਗਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮਹਾਰਾਜ ਵਿੱਚ ਬੜੇ ਹੀ ਗੁਣ ਗੁਰੂ ਅਰਜਨ ਸਾਹਿਬ ਵਿੱਚ ਲੜੀਵਾਰ ਕਥਾ ਦੇ ਵਿੱਚ ਬਚਨ ਆਏ ਸਨ। ਕਿਵੇਂ ਮਹਾਰਾਜ ਨਿਤਨੇਮ ਕਰਦੇ, ਕਿੰਨਾ ਵੱਡਾ ਧੀਰਜ ਹੈ ਮਹਾਰਾਜ ਵਿੱਚ ਜੀ, ਬੜਾ ਵੱਡਾ ਧੀਰਜ ਹੈ। ਸਕਾ ਭਰਾ ਬਾਬਾ ਪ੍ਰਿਥੀਆ ਪੂਰੀ ਡਟ ਕੇ ਵਿਰੋਧਤਾ ਕਰਦਾ ਮਹਾਰਾਜ ਦੀ। ਮਹਾਰਾਜ ਏਡੇ ਧੀਰਜਵਾਨ, ਕੁਛ ਕਹਿੰਦੇ ਹੀ ਨਹੀਂ ਜੀ ਉਹਨੂੰ ਜੀ, ਕੁਝ ਕਹਿੰਦੇ ਹੀ ਨਹੀਂ ਉਹਨੂੰ ਜੀ। ਹਾਂਜੀ, ਇਸੇ ਕਰਕੇ ਭੱਟਾਂ ਨੇ ਆ ਕੇ ਆਖਿਆ ਸੀ ਨਾ, ਤੁਸੀਂ ਕਥਾ ਸੁਣੀ। ਭੱਟ ਕਹਿੰਦੇ ਮਹਾਰਾਜ ਅਸੀਂ ਬੜੀਆਂ ਬੜੀਆਂ ਥਾਵਾਂ ਤੇ ਹੋ ਕੇ ਆਏ ਆ, ਤੁਹਾਡੇ ਦਰਸ਼ਨ ਕਰਦਿਆਂ ਸਾਰ ਹੀ ਸਾਡਾ ਮਨ ਠੰਡਾ ਹੋ ਗਿਆ। ਕਹਿਣ ਲੱਗੇ ਤੁਹਾਨੂੰ ਵੇਖਦਿਆਂ ਸਾਰ ਸਾਡਾ ਮਨ ਠੰਡਾ ਹੋ ਗਿਆ, ਉਂਝ ਸਾਡਾ ਮਨ ਠੰਡਾ ਨਹੀਂ ਸੀ ਹੋਣਾ। ਸੋ ਮਹਾਰਾਜ ਜੀ ਦੇ ਕਿਹੜੇ ਕਿਹੜੇ ਬਚਨ ਸੁਣਾਈਏ, ਬੜੇ ਬਚਨ। ਜਦੋਂ ਮਹਾਰਾਜ ਲਾਹੌਰ ਗਏ ਹੈ, ਭਾਈ ਸੱਧੂ ਅਰਦਾਸਾਂ ਕਰਦਾ ਹੁੰਦਾ ਸੀ, ਮਹਾਰਾਜ ਮੇਰੇ ਘਰ ਆਇਓ। ਸ਼ਹੀਦੀ ਦੇਣ ਗਏ ਤਾਂ ਵੀ ਸਿੱਖ ਦੀ ਭਾਵਨਾ ਪੂਰੀ ਕੀਤੀ ਮਹਾਰਾਜ ਨੇ, ਭਾਈ ਸੱਧੂ ਦੇ ਘਰ ਰੁਕੇ ਜੀ। ਸੋ ਗੁਰੂ ਜੀ ਦੇ ਆਗਮਨ ਗੁਰਪੁਰਬ ਦੀ ਆਪ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ।
ਸਾਰੇ ਕਹੋ ਬਹੁਤ ਬਹੁਤ ਵਧਾਈ ਹੋਵੇ। ਇੱਕ ਦੂਜੇ ਨੂੰ ਵਧਾਈ ਦਿਆ ਕਰੋ। ਗੁਰਪੁਰਬ ਦੀ ਵਧਾਈ ਦੇਣ ਵਾਲੇ ਦੇ ਉੱਤੇ ਵੀ ਬੜੀਆਂ ਮਿਹਰਾਂ ਬਖਸ਼ਿਸ਼ਾਂ ਕਿਰਪਾ ਹੁੰਦੀ ਹੈ। ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਹੋਵੇ। ਜਿਹੜੇ ਗੁਰਪੁਰਬਾਂ ਦੀ ਵਧਾਈ ਦਿੰਦੇ ਉਹਨਾਂ ਦੇ ਘਰ ਵਾਧੇ ਪੈਂਦੇ ਰਹਿੰਦੇ ਜੀ। ਹਾਂਜੀ, ਉਹਨਾਂ ਦੇ ਘਰਾਂ ਵਿੱਚ ਵਾਧੇ ਪੈਂਦੇ ਆ, ਉਹਨਾਂ ਦੇ ਘਰਾਂ ਵਿੱਚ ਮਿਹਰਾਂ ਵਰਤਦੀਆਂ, ਉਹਨਾਂ ਦੇ ਘਰਾਂ 'ਚ ਦਇਆ ਵਰਤਦੀ ਰੱਬ ਦੀ ਜੀ। ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਵੱਡੇ ਨੇ। ਭਾਈ ਸ਼ਾਲੋ ਜੀ ਜੈਸੇ ਬ੍ਰਹਮ ਗਿਆਨੀ, ਜਿਨ੍ਹਾਂ ਦੇ ਬਚਨ ਕਰਨ ਦੇ ਨਾਲ ਹੀ ਧੀ ਪੁੱਤ ਬਣ ਜਾਂਦੀ ਤੇ ਪੁੱਤ ਧੀ ਬਣ ਜਾਂਦਾ। ਮਹਾਰਾਜ ਦੇ ਘਰ ਝਾੜੂ ਫੇਰਦੇ ਆ ਕੇ ਜੀ। ਇੱਥੋਂ ਅੰਦਾਜ਼ਾ ਲਾਓ ਗੁਰੂ ਜੀ ਕਿੱਡੇ ਵੱਡੇ ਹੋਣਗੇ ਜੀ। ਸੋ ਹੁਣ ਆਪਾਂ ਬਹੁਤਾ ਸਮਾਂ ਨਹੀਂ ਲਾਉਣਾ। ਆਓ ਪੰਕਤੀ ਪੜੋ ਗੁਰੂ ਜੀ ਦੇ ਪਿਆਰ ਵਿੱਚ। ਕੋਈ ਰਸਨਾ ਬਾਂਝੀ ਨਾ ਰਹੇ। ਜੋ ਚਾਹਣ ਗੁਰੂ ਅਰਜਨ ਦੇਵ ਮਹਾਰਾਜ ਕਰ ਸਕਦੇ ਹਨ। ਗੁਰਪੂਰਾ ਮੇਰਾ ਗੁਰਪੂਰਾ, ਸੰਗਤ ਜੀ ਕੋਈ ਰਸਨਾ ਬਾਂਝੀ ਨਾ ਰਹੇ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। 5 ਵਾਰੀ ਮਹਾਰਾਜ ਦਾ ਨਾਮ ਲੈਣਾ, ਗੂੰਜਾਂ ਪਾ ਦਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ 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 ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰਪੁਰਬ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਫਤਿਹ। ਸੰਗਤ ਜੀ 8 ਵਜੇ ਸਾਰੀ ਸੰਪੂਰਨਤਾ ਹੋ ਜਾਣੀ ਹੈ ਤੇ ਮੇਰੀ ਬੇਨਤੀ ਹੈ ਬਸ 7-8 ਮਿੰਟ ਹੀ ਲੱਗ